ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਦੇ ਵਿੱਚ ਭਾਜਪਾ ਨੂੰ ਕਾਬਜ਼ ਹੋਏ ਨੂੰ 7 ਸਾਲ ਬੀਤ ਚੁੱਕੇ ਨੇ, ਪਰ ਭਾਜਪਾ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਸਾਡੇ ਨਾਲ ਇਹਨਾਂ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਭਾਜਪਾ ਦੀਆਂ ਨੀਤੀਆਂ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਹੋ ਰਿਹਾ ਸੀ, ਪਰ ਜਦੋਂ ਤੋਂ ਪਿਛਲੇ ਸਾਲ ਉਹਨਾਂ ਨੇ ਕੇਂਦਰੀ ਖੇਤੀ ਕਾਨੂੰਨ ਲੈ ਕੇ ਆਏ ਨੇ, ਉਹਨਾਂ ਦੀ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਭਾਜਪਾ ਦਾ ਜਿੱਥੇ ਪਹਿਲਾਂ ਐਨਡੀਏ ਦਾ ਅਲਾਈਅੰਸ ਟੁੱਟਿਆ, ਸ਼੍ਰੋਮਣੀ ਅਕਾਲੀ ਦਲ ਅੱਡ ਹੋਇਆ, ਸ਼ਿਵ ਸੈਨਾ ਅੱਡ ਹੋਈ, ਉਸ ਦੇ ਨਾਲ ਹੀ ਪੰਜਾਬ ਹਰਿਆਣਾ ਸਮੇਤ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਹੋਣ ਲੱਗਿਆ, ਭਾਜਪਾ ਦੀ ਭਾਈਵਾਲ ਪਾਰਟੀਆਂ ਦਾ ਵਿਰੋਧ ਹੋ ਰਿਹਾ। ਉੱਥੇ ਹੀ ਅੱਜ ਨੀਤੀਸ਼ ਕੁਮਾਰ ਵੀ ਭਾਜਪਾ ਤੋਂ ਕੁਝ ਨਾਰਾਜ਼ ਜਿਹੜੇ ਹੈਗੇ ਨਜ਼ਰ ਆ ਰਹੇ ਨੇ, ਜਿਨ੍ਹਾਂ ਨੇ ਅੱਜ 2-3 ਮੁੱਦਿਆਂ ਦੇ ਆਧਾਰ 'ਤੇ ਜਿਹੜਾ ਹੈਗਾ ਕੁਝ ਵਖਰੇਵਾਂ ਜਿਹੜਾ ਹੈਗਾ ਦਿਖਾਇਆ। ਅਸੀਂ ਜਾਣਨਾ ਚਾਹਾਂਗੇ ਉਹ ਮੁੱਦੇ ਕੀ ਸੀ, ਉਹਨਾਂ ਨੇ ਕੀ ਕਿਹਾ ਅੱਜ। ਅਸਲ ਦੇ ਵਿੱਚ ਇਹ ਹੈ ਕਿ ਪਾਰਟੀ ਜਦੋਂ ਵੱਧਦੀ ਜਾਂਦੀ ਹੈ, ਪਾਵਰ ਆਉਂਦੀ ਹੈ ਉਸ ਪੱਧਰ ਦੇ ਉੱਤੇ, ਅਤੇ ਉਹ ਆਪਣੇ ਭਾਈਵਾਲਾਂ ਨਾਲ ਕਿਵੇਂ ਵਰਤਾਅ ਕਰਦੀ ਹੈ ਇਹ ਇਹਦੇ 'ਤੇ ਨਿਰਭਰ ਕਰਦਾ, ਕਿਉਂਕਿ ਵੱਡੀ ਪਾਰਟੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਉਹ ਸਾਰੇ ਮਾਮਲਿਆਂ ਦੇ ਵਿੱਚ। ਪਿਛਲਾ ਲੰਮਾ ਇੱਕ ਇਤਿਹਾਸ ਇਹ ਹੈ ਵੱਖ-ਵੱਖ ਪਾਰਟੀਆਂ ਛੋਟੇ ਹਿੱਸੇਦਾਰਾਂ ਨਾਲ, ਕਿ ਨਾਰਮਲੀ ਇਹ ਕਿਹਾ ਜਾਂਦਾ ਕਿ ਉਹਨਾਂ ਰਾਜਾਂ ਦੇ ਵਿੱਚ ਵੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਮਤਲਬ ਵਿਰੋਧੀ ਪਾਰਟੀ ਜਿਹੜੀ ਜਾਂ ਉਹਦੀ ਸਹਾਇਕ ਪਾਰਟੀ, ਉਹ ਮੇਨ ਪਾਰਟੀ ਸੀ, ਭਾਜਪਾ ਸਹਾਇਕ ਪਾਰਟੀ ਦੇ ਵਜੋਂ ਉਹਨਾਂ ਨਾਲ ਗੱਠਜੋੜ ਕਰਦੀ ਸੀ, ਅਤੇ ਉਹ ਸਹਾਇਕ ਗੱਠਜੋੜ ਦੇ ਤੌਰ 'ਤੇ ਫਿਰ ਹੌਲੀ ਹੌਲੀ ਜਦੋਂ ਹੁੰਦਾ ਗਿਆ, ਅਤੇ ਜਦੋਂ ਦੀ ਪਾਰਟੀ ਨੈਸ਼ਨਲ ਲੈਵਲ 'ਤੇ ਸੱਤਾ 'ਚ ਆਈ ਹੈ, ਉਦੋਂ ਦੀ ਉਹਨਾਂ ਰਾਜਾਂ ਦੇ ਵਿੱਚ ਉਹਨੇ ਇੱਕ ਐਟੀਟਿਊਡ ਬਣਾਇਆ, ਇੱਕ ਵਿਵਹਾਰ, ਇੱਕ ਤਰੀਕਾ ਬਣਾਇਆ ਕਿ ਉੱਥੇ ਵੀ ਉਹ ਮੁੱਖ ਹਿੱਸੇਦਾਰ ਬਣ ਗਏ। ਇਸੇ ਤਰ੍ਹਾਂ ਪੰਜਾਬ 'ਚ ਵੀ ਕਾਫੀ ਲੰਬੇ ਸਮੇਂ ਤੋਂ ਇੱਕ ਵਾਰ ਪਹਿਲਾਂ ਇਹ ਚੱਲਿਆ ਸੀ, ਕਿਉਂਕਿ ਬੀਜੇਪੀ ਦੇ ਬੰਦੇ ਕਹਿੰਦੇ ਰਹੇ ਕਿ ਅਸੀਂ ਅੱਧੀਆਂ ਸੀਟਾਂ ਲਵਾਂਗੇ ਜਾਂ ਅੱਧੀਆਂ ਤੋਂ ਵੱਧ ਸੀਟਾਂ ਲਵਾਂਗੇ, ਅਸੀਂ ਹੁਣ ਜੂਨੀਅਰ ਪਾਰਟਨਰ ਨਹੀਂ, ਕਿਉਂਕਿ ਇੱਦੋਂ ਪਹਿਲਾਂ ਬੀਜੇਪੀ ਨੇ 23 ਸੀਟਾਂ ਤੋਂ ਜ਼ਿਆਦਾ ਕਦੇ ਨਹੀਂ ਲੜੀਆਂ, ਅਲਾਇੰਸ ਦੇ ਵਿੱਚ ਹੀ ਲੜਦੀ ਰਹੀ ਹੈ। ਅਤੇ ਸੁਭਾਵਿਕ ਹੈ ਕਿ ਅਕਾਲੀ ਦਲ ਦੇ ਅੰਦਰ ਵੀ ਹੌਲੀ ਹੌਲੀ ਮੱਚਣੀ ਸੀ ਕਿ ਹਾਂ ਕੁਛ ਇਹ ਹੋ ਗਿਆ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਭਾਜਪਾ ਜੂਨੀਅਰ ਪਾਰਟਨਰ ਸੀ, ਚਲਦੇ ਉਹ ਸ਼ਿਵ ਸੈਨਾ ਤੋਂ ਵੱਡੀ ਪਾਰਟੀ ਹੋ ਗਈ, ਕਿਉਂਕਿ ਉੱਧਰੋਂ ਕੁਛ ਬੰਦੇ ਤੋੜੋ ਜਾਂ ਜੋ ਵੀ ਤਰੀਕਾ ਅਪਣਾਓ, ਅਲੱਗ-ਅਲੱਗ ਗੱਠਜੋੜ ਉਸ ਤਰੀਕੇ ਦੇ ਕਰੋ। ਤਾਂ ਸ਼ਿਵ ਸੈਨਾ ਨੂੰ ਇਹ ਰਿਹਾ ਕਿ ਜਿਹੜੀ ਅਸੀਂ ਖੇਤਰੀ ਪਾਰਟੀਆਂ ਇਸ ਰੀਜਨ ਦੀ, ਅਤੇ ਭਾਜਪਾ ਸਾਡੇ ਨਾਲ ਇਸ ਤਰੀਕੇ ਨਾਲ ਕਰਦੀ ਹੈ, ਸਾਡਾ ਚੀਫ ਮਿਨਿਸਟਰ ਵੀ ਮੰਨਣ ਲਈ ਤਿਆਰ ਨਹੀਂ ਹੈ, ਅਤੇ ਉਹ ਕਹਿੰਦੇ ਚੀਫ ਮਿਨਿਸਟਰ ਸਾਡਾ ਹੀ ਹੋਏਗਾ, ਕਿਉਂਕਿ ਜਦੋਂ ਵੱਡੀ ਪਾਰਟੀ ਹੈ ਤਾਂ ਉਹਨਾਂ ਦੀ ਹੋਏਗਾ। ਤਾਂ ਉਹਨੇ ਸਾਰਾ ਰਲ ਮਿਲ ਕੇ ਫਿਰ ਉਹ ਕਾਂਗਰਸ, NCP ਅਤੇ ਉਹ ਇੱਕ ਸਰਕਾਰ ਬਣਾਈ, ਬੀਜੇਪੀ ਨੂੰ ਉੱਥੋਂ ਹਟਾਇਆ ਉਸ ਪੱਧਰ 'ਤੇ। ਅਤੇ ਜਨਤਾ ਦਲ ਯੂ ਨਿਤੀਸ਼ ਕੁਮਾਰ ਵੀ ਇਸੇ ਤਰੀਕੇ ਨਾਲ ਵੱਡਾ ਹਿੱਸੇਦਾਰ ਸੀ ਉਸ ਸਮੇਂ ਤੱਕ ਪਹਿਲਾਂ ਲਗਾਤਾਰ, ਅਤੇ ਉਦੋਂ ਬਾਅਦ ਬੀਜੇਪੀ ਨੇ ਉਹਨੂੰ ਵੀ ਅਹਿਸਾਸ ਹੈ, ਅਤੇ ਲੋਕ ਵੀ ਇਹੀ ਵਿਸ਼ਲੇਸ਼ਣ ਜਿਹੜਾ ਕਰਦੇ ਨੇ ਇਲੈਕਸ਼ਨ ਦਾ, ਕਿ ਜਿਹੜਾ ਚਿਰਾਗ ਪਾਸਵਾਨ ਹੈ, ਮਤਲਬ ਪਾਸਵਾਨ ਦਾ ਬੇਟਾ, ਉਹਨੂੰ ਅਸਲ 'ਚ ਉਂਗਲ ਲਾ ਕੇ ਬਿਲਕੁਲ ਖੜਾ ਕਰਨਾ, ਕਿਉਂਕਿ ਉਹਨੇ ਜਿਹੜੇ ਵਿਧਾਨ ਸਭਾ ਦੀ ਇਲੈਕਸ਼ਨ ਸੀ, ਵਿਧਾਨ ਸਭਾ ਦੀ ਇਲੈਕਸ਼ਨ 'ਚ ਜਿੱਥੇ ਨਿਤੀਸ਼ ਕੁਮਾਰ ਜਾਂ ਜਨਤਾ ਦਲ ਯੂ ਦੇ ਬੰਦੇ ਖੜੇ ਸੀ, ਉੱਥੇ ਆਪਣੇ ਬੰਦੇ ਖੜੇ ਕੀਤੇ ਪੈਰਲਲ, ਅਤੇ ਬੀਜੇਪੀ ਜਿੱਥੇ ਖੜੀ ਸੀ ਦੋਨੋਂ ਉੱਥੇ ਬੰਦੇ ਨਹੀਂ ਖੜੇ ਕੀਤੇ। ਉਹਦੇ 'ਚੋਂ ਸਾਫ਼ ਸੀ ਕਿ ਉਹ ਇੱਕ ਉਹਨਾਂ ਨਾਲ ਇੱਕ ਚਾਲ ਖੇਡੀ ਜਾ ਰਹੀ ਹੈ, ਔਰ ਉਹਦੇ ਨਾਲ ਹੋਇਆ ਵੀ, ਉਹਦਾ ਅਸਰ ਵੀ ਪਿਆ। ਉਹਦਾ ਅਸਰ ਇਹ ਪਿਆ ਕਿ ਬੀਜੇਪੀ ਸਭ ਤੋਂ ਨੰਬਰ ਪਾਰਟੀ ਬਣ ਗਈ ਹੈ, ਅਤੇ ਇਹ ਤੀਜੇ ਨੰਬਰ ਦੀ ਪਾਰਟੀ ਰਹਿ ਗਈ ਜਨਤਾ ਦਲ ਯੂ। ਇਹਦੇ ਬਾਵਜੂਦ ਉਹਨਾਂ ਨੇ ਇਹ ਤਾਂ ਕੀਤਾ ਵੀ ਤੂੰ ਚੀਫ ਮਿਨਿਸਟਰ, ਚਲੋ ਨਿਤੀਸ਼ ਕੁਮਾਰ ਨੂੰ ਹੀ ਪਹਿਲਾਂ ਹੀ ਐਲਾਨ ਕੇ ਕੀਤਾ ਸੀ ਤੂੰ ਹੀ ਰਹੇਗਾ, ਪਰ ਨਿਤੀਸ਼ ਕੁਮਾਰ ਦਾ ਉਹ ਔਰਾ, ਉਹ ਮੋਰਲ ਸਟੈਂਡ ਜਿਹੜਾ ਇੱਕ ਬਹੁਗਿਣਤੀ ਧੜੇ ਦੇ ਆਗੂ ਦਾ ਹੁੰਦਾ, ਉਹ ਖਤਮ ਹੋ ਗਿਆ। ਪਿਛਲੇ ਦਿਨਾਂ 'ਚ ਜਿਹੜੀ ਅਸੈਂਬਲੀ ਬਿਹਾਰ ਦੀ ਸੀ, ਇਹਦੇ ਦੌਰਾਨ ਬੀਜੇਪੀ ਦੇ ਵੱਲੋਂ ਜਿਹੜੇ ਕੁਛ ਮਿਨਿਸਟਰ ਨੇ, ਇੱਕ ਮਿਨਿਸਟਰ ਆਫ ਸਟੇਟ ਹੈ ਪੰਚਾਇਤੀ ਰਾਜ ਦਾ, ਇੱਕ ਹੋਰ ਹੈ, ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਹੁਣ ਅਗਲਾ ਚੀਫ ਮਿਨਿਸਟਰ ਤਾਂ ਬੀਜੇਪੀ ਦਾ ਹੀ ਹੋਣਾ, ਅਤੇ ਕਿਉਂਕਿ ਅਸੀਂ ਵੱਡੀ ਪਾਰਟੀਆਂ ਬਹੁਤੀ ਦੇਰ ਇਹ ਨਹੀਂ ਚੱਲਣਾ। ਉਹ ਸਾਰੀਆਂ ਚੀਜ਼ਾਂ 'ਚੋਂ ਦੇਖਦੇ ਨਿਤੀਸ਼ ਕੁਮਾਰ ਨੂੰ ਵੀ ਇਹ ਨਜ਼ਰ ਤਾਂ ਆ ਹੀ ਰਿਹਾ ਕਿ ਇਹ ਬਹੁਤ ਲੰਮੀ ਗੇਮ ਨਹੀਂ ਹੈ ਹੁਣ ਉਹਦੀ ਬਾਰ-ਬਾਰ ਇਹ ਬਣਨ ਦੀ। ਤਾਂ ਇਸ ਗੱਲ ਕਰਕੇ ਉਹਨੇ ਦੁਬਾਰਾ ਮੇਰਾ ਖਿਆਲ ਹੈ ਮੂਡ ਬਦਲਿਆ ਆਪਣਾ, ਜਾਂ ਜਿਸ ਲੈਵਲ ਦੀ ਵੀ ਗੱਲ ਹੈ। ਕਾਫੀ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਚੱਲਦਾ ਹੈ, ਔਰ ਬਹੁਤ ਵੱਡੇ ਪੱਧਰ 'ਤੇ ਜਨਤਾ ਦਲ ਯੂ ਨਹੀਂ ਖੜਿਆ ਉਹਦੇ ਨਾਲ। ਹੁਣ ਐਜ ਏ ਚੀਫ ਮਿਨਿਸਟਰ ਉਹਦਾ ਇਹ ਕਹਿਣਾ, ਪਹਿਲਾਂ ਕਿਸਾਨ ਅੰਦੋਲਨ ਦੇ ਪੱਖ ਦੇ ਵਿੱਚ ਵੀ ਉਹਦੇ ਬੰਦਿਆਂ ਵੱਲੋਂ ਬੋਲਣਾ, ਅਤੇ ਹੁਣ ਪੈਗਾਸਸ ਦਾ ਜਿਹੜਾ ਇਹ ਮਾਮਲਾ ਹੈ, ਖੂਫੀਆ ਜਾਂਚ ਦਾ ਜਿਹੜਾ ਮਾਮਲਾ ਹੈ, ਉਹਦੇ 'ਤੇ ਸਟੈਂਡ ਲੈਣਾ, ਪੱਤਰਕਾਰਾਂ ਦੀ ਪ੍ਰੈਸ ਕਾਨਫਰੰਸ ਬੁਲਾ ਕੇ ਕਹਿਣਾ ਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਖਾਸ ਤੌਰ 'ਤੇ ਵਿਰੋਧੀ ਪਾਰਟੀਆਂ ਦੇ, ਪੱਤਰਕਾਰਾਂ ਦੇ ਜਾਂ ਬਾਕੀਆਂ ਦੇ ਜਿਹੜੇ ਫੋਨ ਟੇਪਿੰਗ ਦੇ ਜਿਹੜੇ ਮਾਮਲੇ ਨੇ, ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜਮਹੂਰੀਅਤ ਦੇ ਵਾਸਤੇ। ਔਰ
ਇਹ ਬਹੁਤ ਵੱਡਾ ਇਸ਼ੂ ਹੈ ਮਤਲਬ ਨਰਿੰਦਰ ਮੋਦੀ ਸਰਕਾਰ ਦੇ ਸਾਹਮਣੇ। ਪਾਰਲੀਮੈਂਟ ਨਹੀਂ ਚੱਲ ਰਹੀ। ਪਾਰਲੀਮੈਂਟ ਦੇ ਵਿੱਚ 3 ਬੁਨਿਆਦੀ ਮੁੱਦੇ ਨੇ। ਇੱਕ ਮੁੱਦਾ ਸਭ ਤੋਂ ਵੱਡੇ ਤੌਰ ਤੇ ਜਿਹੜਾ ਉੱਭਰਿਆ ਉਹ ਹੁਣ ਦਾ ਪੈਗਾਸਸ ਦਾ ਮੁੱਦਾ। ਦੂਜਾ ਉਹਦੇ ਹੀ ਬਰਾਬਰ ਦਾ ਜਿਹੜਾ ਮੁੱਦਾ ਕਿਸਾਨ ਅੰਦੋਲਨ ਨੇ, ਸੰਯੁਕਤ ਕਿਸਾਨ ਮੋਰਚੇ ਨੇ ਵਿਰੋਧੀ ਧਿਰਾਂ ਨੂੰ ਦਿੱਤਾ ਹੋਇਆ ਹੈ, ਵੋਟਰ 'ਚ ਵਿਪ ਜਾਰੀ ਕਰਕੇ ਕਿ ਤੁਸੀਂ ਅੰਦਰ ਖੇਤੀ ਬਿੱਲਾਂ ਤੇ ਵਿਰੋਧ ਕਰਨਾ ਤੇ ਬਾਹਰ ਵੀ ਤਖਤੀਆਂ ਲੈ ਕੇ ਆਪਾਂ ਖੜੇ ਦੇਖਦੇ ਹਾਂ ਜਿਹੜੇ ਵੀ MP ਖੜੇ ਹੁੰਦੇ ਨੇ। ਤੀਜਾ ਮਹਿੰਗਾਈ ਦਾ ਮੁੱਦਾ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਇਹ 3 ਕਾਫੀ ਵੱਡੇ ਮੁੱਦੇ ਨੇ। ਔਰ ਇਹਨਾਂ ਮੁੱਦਿਆਂ ਤੇ ਜਦੋਂ ਕੋਈ ਆਪਣਾ ਅਲਾਈ ਮਤਲਬ ਆਪਣੇ ਨਾਲ ਸਹਿਮਤ ਜਿਹੜਾ ਸਾਂਝੇ ਮੋਰਚੇ ਦਾ ਬੰਦਾ ਹੈ, BJP NDA ਦੀ ਅਗਵਾਈ ਕਰ ਰਹੀ ਹੈ ਉੱਥੇ ਤਾਂ ਕੇਂਦਰ 'ਚ, ਨਤੀਸ਼ ਦੇ ਵਿੱਚ NDA ਦੀ ਅਗਵਾਈ ਨਤੀਸ਼ ਕੁਮਾਰ ਬਿਹਾਰ ਦੇ ਵਿੱਚ ਕਰ ਰਿਹਾ ਹੈ। ਇੱਕੋ ਅਗਵਾਈ ਕਰਨ ਵਾਲਾ ਆਦਮੀ ਤੇ ਚੀਫ ਮਿਨਿਸਟਰ ਜਦੋਂ ਉਲਟਾ ਸਟੈਂਡ ਲੈਂਦਾ ਤਾਂ ਲਾਜ਼ਮੀ ਹੈ BJP ਲਈ ਮੁਸ਼ਕਲ ਪੈਦਾ ਹੋਣਾ, ਕਿਉਂਕਿ ਜਾਂ BJP ਉਹਦਾ ਵਿਰੋਧ ਕਰੇ, ਜਾਂ ਉਹ ਤੋਂ ਹਮਾਇਤ ਵਾਪਸ ਲਏ, ਜਾਂ ਉਹਦੇ ਨਾਲ ਸਹਿਮਤੀ ਵਿਅਕਤ ਕਰੇ। ਕਿਉਂਕਿ ਇੱਕ ਗੱਲ ਮੰਨੀ ਜਾ ਰਹੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਜਦੋਂ ਇਹ ਅਕਾਲੀ ਅੱਡ ਹੋਏ ਨੇ ਉਦੋਂ ਸੁਖਬੀਰ ਬਾਦਲ ਨੇ ਕਿਹਾ ਕਿ NDA ਦੀ ਤਾਂ ਕਦੇ ਮੀਟਿੰਗ ਹੀ ਨਹੀਂ ਹੋਈ, ਵਿਰੋਧੀਆਂ ਨੂੰ ਕਦੇ ਜਿਹੜੇ ਨਾਲ ਸਹਾਇਕ ਨੇ ਉਹਨਾਂ ਨੂੰ ਕਦੇ ਪੁੱਛਿਆ ਹੀ ਨਹੀਂ ਜਾ ਰਿਹਾ। ਤਾਂ ਫਿਰ ਜਿਹੜੇ NDA ਦੇ ਵਿੱਚ ਇੰਨੀ ਵੀ ਗੱਲ ਨਹੀਂ ਹੈ ਕਿ ਹਿੱਸੇ ਦਾ ਕਦੇ ਓਫੀਸ਼ੀਅਲ ਮੀਟਿੰਗ ਨਹੀਂ ਹੁੰਦੀ, ਜਿਹੜੇ ਨਾਲ ਦੇ ਸਹਾਇਕ ਨੇ ਕਦੇ ਪੁੱਛਿਆ ਨਹੀਂ ਜਾਂਦਾ, ਤਾਂ ਆਟੋਮੈਟਿਕਲੀ ਹੈ ਕਿ ਉਹ ਪਿਛਲਗ ਦੇ ਤੌਰ ਤੇ ਚੱਲਦੇ ਗਏ ਜਿੰਨਾ ਚਿਰ ਚੱਲਦੇ ਗਏ। ਹੁਣ ਹੌਲੀ ਹੌਲੀ ਇਸ ਪਾਸੇ ਵੱਲ ਆਇਆ ਜਾ ਰਿਹਾ। ਨਤੀਸ਼ ਕੁਮਾਰ ਦੇ ਬੋਲਣ ਦਾ ਮਤਲਬ ਹੈ ਕਿ ਉਹ ਲੜੀ ਜਿਹੜੀ ਹੈ ਜਿਸ 'ਚੋਂ NDA ਦੇ ਵਿੱਚੋਂ ਬੰਦੇ ਬਾਹਰ ਆਉਣੇ ਸ਼ੁਰੂ ਹੋ ਗਏ ਨੇ, ਜਿਹੜੇ ਪਹਿਲਾਂ ਵੱਡੀ ਪੱਧਰ ਤੇ ਅੰਦਰ ਜਾ ਰਹੇ ਸੀ, ਉਹ ਬਾਹਰ ਆਉਣ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ BJP ਲਈ ਸੰਕਟ ਪੋਲੀਟੀਕਲ ਲੈਵਲ ਤੇ, ਦੇਸ਼ ਵਿਆਪੀ ਲੈਵਲ ਤੇ ਹੋਰ ਵਧਣ ਦੀ ਸੰਭਾਵਨਾ ਹੈ। ਕਿਉਂਕਿ ਉਹਨਾਂ ਦੇ ਵਿੱਚ ਹੀ ਫਿਰ ਜਦੋਂ ਨਤੀਸ਼ ਕੁਮਾਰ ਆ ਕੇ ਓਮ ਪ੍ਰਕਾਸ਼ ਚੌਟਾਲਾ ਨਾਲ ਮੀਟਿੰਗ ਕਰਦਾ ਹੈ, ਵੱਖ-ਵੱਖ ਹੋਰ ਲੋਕਾਂ ਨਾਲ ਫਿਰ ਮੀਟਿੰਗਾਂ ਦਾ ਦੌਰ ਚੱਲਦਾ ਜਿਹੜਾ ਉਦੋਂ ਤੋਂ ਬਾਹਰ ਹੋਣਗੇ, ਤਾਂ ਲਾਜ਼ਮੀ ਹੈ ਕਿ ਕਿਹੋ ਜਿਹੇ ਫਰੰਟ ਦੀਆਂ ਸੰਭਾਵਨਾਵਾਂ ਬਣਨਗੀਆਂ, ਜਿਹੜਾ ਫਰੰਟ ਫਿਰ BJP ਹੋ। ਔਰ ਉਹਦੇ 'ਚ ਇੱਕ ਹੋਰ ਗੱਲ ਨਾਲ ਵੀ ਰੌਲਾ ਪੈ ਰਿਹਾ ਕਿ ਜਿਹੜਾ ਜਨਤਾ ਦਲ ਯੂ ਹੈ ਉਹ ਇਹ ਡਿਮਾਂਡ ਕਰ ਰਿਹਾ ਲੰਮੇ ਸਮੇਂ ਤੋਂ। ਗਵਰਨਮੈਂਟ ਆਫ ਇੰਡੀਆ ਨੇ 82 ਸਾਲਾਂ ਬਾਅਦ ਇੱਕ ਸੈਂਸਸ ਕਰਾਈ ਸੀ, ਜਨਗਣਨਾ ਕਰਾਈ ਸੀ। ਉਹ ਜਨਗਣਨਾ 2011 ਦੀ ਹੈ। ਉਹ ਜਨਗਣਨਾ ਕੀ ਹੈ? ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਜਾਤੀਗਤ ਤੌਰ ਤੇ ਜਿਹੜਾ ਇੱਕ ਜਨਗਣਨਾ ਹੈ, ਉਹ 'ਚ ਆਰਥਿਕ ਤੇ ਸਮਾਜਿਕ ਅੰਕੜੇ ਤਾਂ ਜਨਤਕ ਹੋ ਗਏ ਸੀ, ਪਰ ਜਾਤੀਗਤ ਅੰਕੜੇ ਅਜੇ ਜਨਤਕ ਨਹੀਂ ਹੋਏ। ਉਹ ਡਿਮਾਂਡ ਕਰਦੇ ਨੇ ਕਿ ਜਾਤੀਗਤ ਅੰਕੜੇ ਵੀ ਬਾਹਰ ਲਿਆਂਦੇ ਜਾਣ ਤਾਂ ਕਿ ਉਹਨਾਂ ਦੇ ਆਧਾਰ ਤੇ ਕੋਈ ਪਾਲਿਸੀਜ਼ ਉਸ ਲੈਵਲ ਤੇ ਬਣ ਸਕਣ। ਹੁਣ BJP ਜਾਤੀਗਤ ਆਧਾਰ ਤੇ ਮੰਤਰੀ ਬਣਾਉਣਾ ਜਾਂ ਵੋਟ ਲੈਣਾ ਤਾਂ ਚਾਹੁੰਦੀ ਹੈ, ਉਹ ਅੰਕੜੇ ਅਜੇ ਰਿਲੀਜ਼ ਨਹੀਂ ਕਰਨਾ ਚਾਹੁੰਦੀ। ਇਹ ਕੰਟਰਾਸਟ ਵੀ ਇੱਕ ਉਹਨਾਂ ਦਾ ਚੱਲ ਰਿਹਾ ਲੜਾਈ ਦਾ ਇੱਕ ਹਿੱਸਾ ਹੈ। ਇਹ ਜਿਹੜੀਆਂ ਲੜਾਈਆਂ ਨੇ ਆਪਸ ਦੇ ਵਿੱਚ, ਹਾਲਾਂਕਿ ਹੈ ਵੋਟ ਬੈਂਕ ਤੋਂ ਹੀ ਨੇ, ਕਿਉਂਕਿ ਨਤੀਸ਼ ਕੁਮਾਰ ਉਹਨਾਂ ਨੇ ਵੀ ਪਛੜਿਆ, ਅੱਤ ਪਛੜਿਆ ਜਾਂ ਬਾਕੀ ਦੇ ਤੌਰ ਅੱਗੇ ਤੋਂ ਅੱਗੇ ਜਾ ਕੇ ਕਈ ਹੋਰ ਜਿਹੜੇ ਲੇਅਰਜ਼ ਸੀਗੀਆਂ, ਹੋਰ ਮਤਲਬ ਦਰਜਾਬੰਦੀ, ਉਹਨੂੰ ਵੀ ਲਿਆਂਦਾ ਸੀ ਉਸ ਪੱਧਰ ਦੇ ਉੱਤੇ। ਇਸ ਕਰਕੇ ਜਿਹੜੇ ਬਖਰੇਵਾਂ ਹੈ, ਹੁਣ ਬਖਰੇਵਾਂ ਐਂ ਲੱਗਦਾ ਜਿਵੇਂ ਹੋਰ ਦੂਰੀ ਵਧਾ ਰਿਹਾ ਲਗਾਤਾਰ ਮੁਕਾਬਲਤਨ ਵੱਖ-ਵੱਖ ਮਾਮਲਿਆਂ 'ਚ। ਔਰ ਨਤੀਸ਼ ਦੇ ਸਟੈਂਡ ਨਾਲ ਸੁਭਾਵਿਕ ਹੈ ਕਿ BJP ਦਾ ਲੋਕਲ ਯੂਨਿਟ ਜਾਂ ਕੋਈ BJP ਦੇ ਬਾਕੀ ਬੰਦੇ ਵੀ ਕੁਝ ਬੋਲਣਗੇ ਤਾਂ ਨੇੜੇ ਲੱਗਣ ਦੀ ਬਜਾਏ ਜੇਕਰ ਇਹ ਵੱਧਦਾ ਮਾਹੌਲ, ਜਿਹੜਾ ਕਿ ਇੱਕ ਫਿਊਚਰ ਦੀ ਗੱਲ ਵੀ ਹੈ। ਇੱਕ ਜ਼ਮਾਨੇ 'ਚ ਜਦੋਂ ਇਹਨਾਂ ਨੇ ਰਲ ਕੇ ਚੋਣ ਲੜੀ ਸੀ, RJD ਨੇ, ਕਾਂਗਰਸ ਨੇ, ਜਨਤਾ ਦਲ ਯੂ ਨੇ, ਜਿਹਨੂੰ ਮਹਾਗਠਬੰਧਨ ਕਿਹਾ ਗਿਆ ਸੀ, ਉਦੋਂ ਬਾਵਜੂਦ ਇਹਦੇ ਕਿ ਮਾਹੌਲ ਇਹੋ ਜਿਹਾ ਲੱਗਦਾ ਨਹੀਂ ਸੀ, ਪਰ ਮਿਲ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਇਕੱਠਿਆਂ ਨੇ। BJP ਨੂੰ ਉਦੋਂ ਡਿਫੀਟ ਕੀਤੀ ਸੀ, ਉਦੋਂ ਹਾਰ ਦੇ ਦਿੱਤੀ ਸੀ। ਉਦੋਂ ਤੱਕ ਨਤੀਸ਼ ਕੁਮਾਰ ਦਾ ਕੱਦ ਐਂ ਲੱਗ ਰਿਹਾ ਸੀ ਕਿ ਆਪੋਜੀਸ਼ਨ ਦਾ ਇੱਕ ਸਹਿਮਤੀ ਵਾਲਾ ਕੈਂਡੀਡੇਟ ਦੇ ਤੌਰ ਤੇ ਉੱਭਰ ਸਕਦਾ ਨਤੀਸ਼ ਕੁਮਾਰ, ਪਰ ਬਾਅਦ ਦੇ ਵਿੱਚ ਮੁੜ ਸਾਰਾ ਕੁਝ ਸਰੈਂਡਰ ਕਰਕੇ BJP ਨਾਲ ਚਲੇ ਜਾਣ ਕਰਕੇ ਉਹਦਾ ਉਹ ਰੁਤਬਾ ਮਤਲਬ ਨਹੀਂ ਰਿਹਾ। ਸ਼ਾਇਦ ਦੁਬਾਰਾ ਰੁਤਬੇ ਦੀ ਤਲਾਸ਼ ਦੇ ਵਿੱਚ ਨਤੀਸ਼ ਕੁਮਾਰ ਹੋਵੇ ਤੇ ਕੋਈ ਨਾ ਕੋਈ ਭੂਮਿਕਾ ਨਿਭਾਵੇ। ਹਮੀਰ ਜੀ, ਇੱਕ ਪਾਸੇ ਜਿਹੜਾ ਸੈਂਟਰ ਦਾ ਅਲਾਇੰਸ ਟੁੱਟ ਰਿਹਾ, ਇਹ NDA ਦਾ ਜਿਹੜੇ ਅੱਗੇ ਵੱਖ-ਵੱਖ ਜਿਹੜੇ ਖੇਤਰੀ ਪਾਰਟੀਆਂ ਉਹ ਵੱਖ ਹੋਣ ਦੀ ਤਿਆਰੀਆਂ ਕਰ ਰਹੀਆਂ ਨੇ, ਤੇ ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਦੀ ਰਾਜਸੀ ਪਾਰਟੀਆਂ ਉਹ ਸਾਂਝੀ ਰਣਨੀਤੀ ਬਣਾਉਣ ਦੀ ਤਿਆਰੀ ਕਰ ਰਹੀਆਂ ਨੇ। ਉੱਧਰ ਓਮ ਪ੍ਰਕਾਸ਼ ਚੌਟਾਲਾ ਲੱਗੇ ਹੋਏ ਨੇ, ਮਮਤਾ ਬੈਨਰਜੀ ਵੀ ਕੋਸ਼ਿਸ਼ ਕਰ ਰਹੀ ਹੈ। ਅੱਜ ਰਾਹੁਲ ਗਾਂਧੀ ਦੀ ਵੀ ਮੀਟਿੰਗ ਹੋਈ ਹੈ, ਉਸ ਮੀਟਿੰਗ 'ਚ ਕਾਫੀ ਰਾਜਸੀ ਪਾਰਟੀਆਂ ਦੇ ਆਗੂ ਜਿਹੜੇ ਨੇ ਸ਼ਮੂਲੀਅਤ ਕੀਤੀ ਹੈ। ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਹਾਂ, ਬਿਲਕੁਲ ਇੱਕ ਮਾਹੌਲ ਬਣ ਰਿਹਾ। ਜਦੋਂ ਮਮਤਾ ਬੈਨਰਜੀ ਪਹਿਲਾਂ ਆਈ ਹੈ, ਸਾਰਿਆਂ ਨੂੰ ਮਿਲ ਕੇ ਗਈ ਹੈ, ਜਿਹੜੀਆਂ ਵੱਖ-ਵੱਖ ਧਿਰਾਂ ਸੀ ਜਾਂ ਵੱਖ-ਵੱਖ ਮੇਨ ਪਾਰਟੀਆਂ BJP ਦੇ ਵਿਰੋਧ ਦੇ ਵਿੱਚ ਸਟੈਂਡ ਲੈਣ ਵਾਲੀਆਂ, ਉਹ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਨ ਦਾ ਸਵਾਲ ਸੀ। ਫਿਰ ਸਵਾਲ ਇਹ ਪੈਦਾ ਹੁੰਦਾ ਸੀ ਲੀਡਰ ਕੌਣ ਬਣੂਗਾ। ਲੀਡਰ ਦਾ ਵੀ ਉਹਨੇ ਕਿਹਾ ਕਿ ਮੈਂ ਕੋਈ ਜੋਤਸ਼ੀ ਤਾਂ ਹੈ ਨਹੀਂ, ਪਰ ਲੀਡਰ ਆਪ ਹੀ ਬਣ ਜਾਊਗਾ, ਜੋ ਵੀ ਨਿਕਲਣਾ ਹੋਏਗਾ। ਮੇਨ ਕੰਮ BJP ਨੂੰ ਲਾਉਣਾ ਹੈ, ਲੀਡਰ ਕੌਣ ਹੋਵੇ, ਕੀ ਹੋਵੇ, ਇਹ ਸੈਕੰਡਰੀ ਗੱਲ ਹੈ। ਔਰ ਉਧਰ ਨੂੰ ਲੱਗ ਰਿਹਾ
ਕਿ ਉਸ ਪਾਸੇ ਵੱਲ ਨੂੰ ਥੋੜ੍ਹਾ ਬਹੁਤ ਰੁਝਾਨ, ਔਰ ਜਿਹੜਾ ਹੁਣ ਪਾਰਲੀਮੈਂਟ ਹੈ, ਪਾਰਲੀਮੈਂਟ ਨਾਲ ਮਜ਼ਾਕ ਹੋ ਰਿਹਾ। ਪਿਛਲੇ 10 ਦਿਨਾਂ ਦੇ ਵਿੱਚ 12 ਕਾਨੂੰਨ ਪਾਸ ਹੋ ਚੁੱਕੇ ਨੇ। ਐਵਰੇਜ 7 ਮਿੰਟ ਇੱਕ ਕਾਨੂੰਨ ਨੂੰ ਲੱਗਦਾ, ਇਹਦਾ ਮਤਲਬ ਲੱਗੇ ਨੇ। ਤੇ ਦੇਸ਼ ਦੇ ਲੋਕਾਂ ਨਾਲ ਕਿੱਡਾ ਵੱਡਾ ਮਜ਼ਾਕ ਹੈ। ਜਿਹੜੀ ਐਡੀ ਵੱਡੀ ਪਾਰਲੀਮੈਂਟ ਹੈ, ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਤੇ ਬਿਨਾਂ ਚਰਚਾ, ਬਿਨਾਂ ਗੱਲ ਪਾਸ ਹੋ ਗਿਆ, ਉਹਦਾ ਕੀ ਅਸਰ ਪੈਣਾ, ਕੋਈ ਸੰਭਾਵਨਾ ਨਹੀਂ। ਮਤਲਬ ਆਪੋਜੀਸ਼ਨ ਹੋਰ ਜਿਹੜੇ ਮੁੱਦਿਆਂ ਤੇ ਕਰਨਾ ਚਾਹੁੰਦੀ ਹੈ ਗੱਲ, ਵੀ ਤੁਸੀਂ ਖੇਤੀ ਤੇ ਗੱਲ ਕਰੋ, ਐਡਜੋਰਨਮੈਂਟ ਮੋਸ਼ਨ ਦੇ ਰਹੇ ਹਾਂ, ਉਹਦੇ ਤੇ ਤੁਸੀਂ ਗੱਲ ਕਰਨ ਲਈ ਤਿਆਰ ਨਹੀਂ ਹੈ ਜਿਹੜੀ ਗਵਰਨਮੈਂਟ ਹੈ। ਔਰ ਉਹ ਕਹਿ ਰਹੀ ਹੈ ਇਹਦੇ ਤੇ ਘੱਟੋ ਘੱਟ ਇਹੀ ਦੱਸ ਦਿਓ, ਜਿਹੜੀ ਤੁਸੀਂ ਪੈਗਾਸਸ ਦਾ ਮੁੱਦਾ ਹੈ, ਜਿਹੜੀ ਤੁਸੀਂ ਸੰਨ ਲਾਈ ਹੈ ਸਾਡੇ ਉਹਦੇ 'ਚ ਜਾ ਕੇ ਕਿ ਸਭ ਚੀਜ਼ ਪਤਾ ਕਰਨੀ ਹੈ, ਤੁਸੀਂ ਉਹ ਏਜੰਸੀ ਹਾਇਰ ਕੀਤੀ ਹੈ ਜਾਂ ਨਹੀਂ ਕੀਤੀ? ਬਿਲਕੁਲ ਹਾਂ ਜਾਂ ਨਾ 'ਚ ਹੀ ਉੱਤਰ ਦੇਣਾ ਨਾ, ਕਿ ਗਵਰਨਮੈਂਟ ਨੇ ਉਹ ਕੀਤੀ ਹੈ ਜਾਂ ਨਹੀਂ ਕੀਤੀ। ਉਹ ਵੀ ਨਹੀਂ ਮੰਨਣ ਲਈ ਤਿਆਰ। ਮਹਿੰਗਾਈ ਤੇ ਤੁਸੀਂ ਸਟੇਟਮੈਂਟ ਦੇਣ ਲਈ ਤਿਆਰ ਨਹੀਂ, ਤਾਂ ਧੱਕੇ ਨਾਲ ਇਹ ਕਾਨੂੰਨ ਪਾਸ ਕਰ ਦਿੰਦੇ ਹੋ। ਇਹ ਤਾਂ ਐਡੋ ਵੱਡਾ ਮਜ਼ਾਕ ਤਾਂ ਕੁਝ ਨਹੀਂ ਹੋ ਸਕਦਾ। ਪਹਿਲਾਂ ਤੁਸੀਂ ਉਹਨਾਂ ਤੇ ਗੱਲ ਕਰ ਸਕਦੇ ਹੋ ਨਾ। ਜੇ ਡੈਮੋਕ੍ਰੇਟਿਕ ਕੰਟਰੀ ਹੈ, ਇੱਕ ਐਡੀ ਵੱਡੀ ਵਿਰੋਧੀ ਧਿਰ, ਲੋਕਾਂ ਦਾ ਸੈਂਟੀਮੈਂਟ ਵੀ ਇਹ ਕਹਿ ਰਿਹਾ ਕਿ ਇਹਨਾਂ ਬੁਨਿਆਦੀ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ, ਤਾਂ ਇੱਥੇ ਪਹਿਲਾਂ ਗੱਲ ਕਰ ਲਓ, 2-2 ਦਿਨ ਇਹਨਾਂ ਤੇ ਲਾ ਲਓ, ਉਸ ਤੋਂ ਬਾਅਦ ਬਾਕੀ ਦੇ ਕਾਨੂੰਨ ਪਾਸ ਕਰ ਲੈਣਾ, ਜਿਹੜੇ ਜਦੋਂ ਸੰਸਦ ਚੱਲੂਗੀ ਠੀਕ ਤਰੀਕੇ ਨਾਲ ਤਾਂ ਉਹ ਕਾਨੂੰਨ ਵੀ ਪਾਸ ਹੋ ਜਾਣਗੇ। ਪਰ ਉਹ ਨਹੀਂ ਹੋ ਰਹੇ। ਤਾਂ ਉਹਦੇ ਤੇ ਦਬਾਅ ਬਣਾਉਣ ਵਾਸਤੇ ਹੀ ਹੁਣ ਜਿਹੜੀ ਟੋਟਲ ਆਪੋਜੀਸ਼ਨ ਹੈ, ਵਿਰੋਧੀ ਧਿਰਾਂ ਨੂੰ ਇਕੱਠੇ ਹੋਣਾ ਪੈ ਰਿਹਾ ਹੈ। ਔਰ ਇਕੱਠੇ ਹੋ ਕੇ ਜਦੋਂ ਹੁਣ ਉਹ ਅੱਜ ਜਿਸ ਲੈਵਲ ਦੀਆਂ ਜ਼ਿਆਦਾ ਧਿਰਾਂ ਇਕੱਠੀਆਂ ਹੋਈਆਂ ਨੇ, ਤਾਂ ਸੁਭਾਵਿਕ ਹੈ ਕਿ ਉਹਦਾ ਦਬਾਅ, ਉਹਦਾ ਅਸਰ ਪਏਗਾ, ਅਤੇ ਇਹਦਾ ਅਸਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਫਿਰ ਦਿਖਾਈ ਦੇਵੇਗਾ। ਇਹ ਇੱਕ ਪ੍ਰੋਸੈਸ ਹੁੰਦਾ, ਉਸ ਪ੍ਰੋਸੈਸ ਦੇ ਵਿੱਚ ਅਗਲਾ ਸਵਾਲ ਆਏਗਾ। ਹਾਲਾਂਕਿ ਅਜੇ ਜਿਹੜੀਆਂ ਵਿਰੋਧੀ ਧਿਰਾਂ ਨੇ, ਉਹਨਾਂ ਨੇ ਬੀਜੇਪੀ ਦੇ ਮੁਕਾਬਲੇ, ਐਨਡੀਏ ਦੇ ਮੁਕਾਬਲੇ ਇੱਕ ਆਪਣਾ ਕੋਈ ਮਿਨੀਮਮ ਏਜੰਡਾ ਤੈਅ ਕਰਨਾ ਹੈ। ਪਹਿਲਾਂ ਲੀਡਰ ਕੌਣ ਹੋਏਗਾ ਇਹ ਤੋਂ ਇਹਦੀ ਬਜਾਏ ਜ਼ਿਆਦਾ ਜ਼ਰੂਰੀ ਇਹ ਹੈ ਕਿ ਇਸ ਦੇਸ਼ ਦੇ ਵਿੱਚ ਕੋਈ ਏਜੰਡਾ ਤੈਅ ਹੋਵੇ, ਜਿਹੜੇ ਏਜੰਡੇ ਦੇ ਵਿੱਚ ਰੌਲਾ ਪੈਂਦਾ। ਮੰਨ ਲਓ ਕਿਸਾਨ ਅੰਦੋਲਨ ਇਸ ਗੱਲ 'ਤੇ ਖੜ੍ਹਾ ਹੈ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਅਤੇ ਉਹ ਰਾਜਾਂ ਦੇ ਵਿਸ਼ੇ ਵੀ ਖੋਹ ਕੇ ਕਾਨੂੰਨ ਆਪ ਬਣਾ ਰਹੀ ਹੈ, ਗੈਰ ਸੰਵਿਧਾਨਕ ਕੰਮ ਕਰ ਰਹੀ ਹੈ। ਤਾਂ ਇਹਦਾ ਮਤਲਬ ਫੈਡਰਲਿਜ਼ਮ ਦਾ ਇਸ਼ੂ, ਜਿਹੜਾ ਮਮਤਾ ਵੀ ਕਹਿ ਰਹੀ ਹੈ, ਮਮਤਾ ਨਾਲ ਲੜਾਈ ਹੈ, ਜਿਹੜਾ ਤਾਮਿਲਨਾਡੂ ਵਾਲੇ ਵੀ ਕਹਿ ਰਹੇ ਨੇ, ਅਤੇ ਜਿਹੜੇ ਬਾਕੀ ਵੀ ਲੋਕ ਕਿੰਨੇ ਹੀ ਕਹਿ ਰਹੇ ਨੇ। ਤਾਂ ਇਹਦਾ ਮਤਲਬ ਕੀ ਕਾਂਗਰਸ ਅਤੇ ਬਾਕੀ ਦੀਆਂ ਸਾਰੀਆਂ ਧਿਰਾਂ ਫੈਡਰਲਿਜ਼ਮ ਦੇ ਇਸ਼ੂ 'ਤੇ, ਰਾਜਾਂ ਦੇ ਅਧਿਕਾਰਾਂ ਦੇ ਮੁੱਦੇ 'ਤੇ, ਚਾਹੇ ਉਹ ਜੰਮੂ ਕਸ਼ਮੀਰ ਦਾ ਮਾਮਲਾ, ਚਾਹੇ ਬਾਕੀ ਮਾਮਲੇ ਨੇ, ਉੱਤੇ ਖੜ ਸਕਦੀਆਂ ਨੇ, ਇਕੱਠੀਆਂ ਹੋ ਸਕਦੀਆਂ ਨੇ? ਜੇ ਇਹ ਇੱਕ ਬੜਾ ਵੱਡਾ ਕੁਐਸਚਨ ਮਾਰਕ ਉਸ ਲੈਵਲ 'ਤੇ ਹੈ। ਫਿਰ ਬਾਕੀ ਦੇ ਇਸ਼ੂ ਨੇ, ਲੋਕਾਂ ਦੀ ਸਿਹਤ ਦਾ ਇਸ਼ੂ ਹੈ, ਲੋਕਾਂ ਦੀ ਸਿੱਖਿਆ ਦਾ ਇਸ਼ੂ ਹੈ, ਲੋਕਾਂ ਦੇ ਰੁਜ਼ਗਾਰ ਦਾ ਇਸ਼ੂ ਹੈ। ਉਹ ਸਾਰੇ ਮੁੱਦਿਆਂ ਦੇ ਉੱਤੇ ਜੇਕਰ ਇੱਕ ਮਿਨੀਮਮ ਪ੍ਰੋਗਰਾਮ ਬਣਦਾ ਹੈ, ਉਸ ਪ੍ਰੋਗਰਾਮ ਦੇ ਇਰਦ ਗਿਰਦ ਇਕੱਠੀਆਂ ਹੁੰਦੀਆਂ ਨੇ ਆਪੋਜੀਸ਼ਨ ਧਿਰਾਂ, ਫਿਰ ਅਲਟਰਨੇਟਿਵ ਸੰਭਵ ਹੈ ਬੀਜੇਪੀ ਦੇ ਮੁਕਾਬਲੇ ਫਾਰ ਦੀ ਟਾਈਮ ਵੀ, ਕਿ ਉਹਨੂੰ 2024 'ਚ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ, ਅਤੇ 2022 ਦੀਆਂ ਜਿਹੜੀਆਂ 5 ਰਾਜ ਨੇ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੁਣੌਤੀ ਦਿੱਤੀ ਜਾਵੇ। ਅਜੇ ਸ਼ੁਰੂਆਤ ਹੈ ਇਹ ਉੱਧਰ ਨੂੰ ਬੀਜੇਪੀ ਨਾਲੋਂ ਬੰਦਿਆਂ ਦਾ ਟੁੱਟਣਾ, ਅਤੇ ਇੱਧਰਲੀਆਂ ਵਿਰੋਧੀ ਧਿਰਾਂ ਦਾ ਸਾਂਝੀਆਂ ਮੀਟਿੰਗਾਂ ਕਰਨਾ ਇੱਕ ਸੰਕੇਤ ਹੈ ਕਿ ਕੋਈ ਰਸਤਾ ਕਿਸੇ ਤਰੀਕੇ ਦਾ ਬਣਦਾ ਦਿਖਾਈ ਦੇ ਰਿਹਾ ਹੈ। ਹਮੀਰ ਜੀ, ਜਿਵੇਂ ਭਾਜਪਾ ਦਾ ਸੜਕ ਤੋਂ ਲੈ ਕੇ ਕੇਂਦਰ ਤੱਕ ਵਿਰੋਧ ਹੋ ਰਿਹਾ, ਉਸੇ ਦੌਰਾਨ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਜਿਹੜਾ ਹੈਗਾ ਅੱਜ ਬੋਲਣ ਨਹੀਂ ਦਿੱਤਾ ਗਿਆ, ਉਸ ਨੂੰ ਕਿਵੇਂ ਦੇਖੋਗੇ ਤੁਸੀਂ? ਨਹੀਂ, ਉਹ ਹੈ ਹੀ ਹੈ। ਨਰਿੰਦਰ ਤੋਮਰ ਕੀ ਬੋਲ ਰਿਹਾ ਰੋਜ਼, ਜੇ ਖੇਤੀ 'ਤੇ ਵੀ ਬੋਲਦਾ, ਮਤਲਬ ਇੱਕੋ ਹੀ ਰੱਟ ਹੈ ਕਿ ਸਾਨੂੰ ਕਲੌਜ ਵਾਈਜ਼ ਦੱਸੋ ਇਹਦੇ 'ਚ ਕੀ ਹੈ, ਸਾਨੂੰ ਕਾਲਾ ਦੱਸੋ ਇਹਦੇ 'ਚ ਕੀ ਹੈ, ਅਸੀਂ ਗੱਲਬਾਤ ਕਰਨ ਲਈ ਦਿਨ ਨੂੰ ਵੀ ਤਿਆਰ ਹਾਂ, ਰਾਤ ਨੂੰ ਵੀ ਤਿਆਰ ਹਾਂ। ਅਤੇ ਇਹਦਾ ਮਤਲਬ ਕੀ ਬਚਿਆ? ਜੇ ਗੱਲਬਾਤ ਕਰਨੀ ਹੈ ਤਾਂ ਸੱਦਾ ਦਿੰਦਾ ਨਾ ਗੌਰਮੈਂਟ, ਮਜ਼ਾਕ ਥੋੜ੍ਹੀ ਕਰਦੀ ਹੈ ਗੌਰਮੈਂਟ ਐਵੇਂ ਕਿ ਬੋਲੀ ਕੁਝ ਵੀ ਜਾਂਦੇ ਹੋ। ਤਾਂ ਉਹ ਇਹ ਗੱਲ ਕੀਤੀ ਗਈ ਹੈ ਕਿਉਂਕਿ ਕੋਈ ਕਿਸੇ ਨੂੰ ਨਾ ਬੋਲਣ ਦੇਣ ਦਾ ਮਤਲਬ ਇਹੀ ਹੈ ਕਿ ਤੁਸੀਂ ਰੀਅਲ ਗੱਲ ਨਹੀਂ ਕਰਦੇ ਅਤੇ ਚਰਚਾ ਕਰਾਓ। ਤੁਸੀਂ ਆਪ ਹੀ ਇਕੱਲੇ ਕਿਉਂ ਬੋਲੀ ਜਾਓਗੇ? ਜੇਕਰ ਕਿਸਾਨਾਂ ਦੇ ਖੇਤੀ ਦੇ ਮੁੱਦੇ ਨੇ, ਬਿੱਲ ਨੇ, ਇਹ ਕਾਨੂੰਨ ਨੇ, ਇਹ 'ਤੇ ਇੱਕ ਐਡਾ ਵੱਡਾ ਅੰਦੋਲਨ ਚੱਲ ਰਿਹਾ ਹੈ, ਮੁਤਬਾਜੀ ਸੰਸਦ ਚੱਲ ਰਹੀ ਹੈ, ਬਾਕੀ ਦੀਆਂ ਚੀਜ਼ਾਂ ਚੱਲ ਰਹੀਆਂ ਨੇ, ਤੁਸੀਂ ਉਹਨਾਂ ਦੀ ਗੱਲ ਤਾਂ ਸੁਣਨ ਲਈ ਤਿਆਰ ਨਹੀਂ। ਤਾਂ ਜਿਹੜੇ ਚੁਣੇ ਨੁਮਾਇੰਦੇ ਤੁਹਾਡੀ ਪਾਰਲੀਮੈਂਟ ਦੇ ਵਿੱਚ ਨੇ, ਉਹ ਕੀ ਕਹਿਣਾ ਚਾਹੁੰਦੇ ਨੇ, ਉੱਥੇ ਕੀ 2 ਦਿਨ ਬਹਿਸ ਰੱਖਣ 'ਚ ਕੀ ਇਤਰਾਜ਼ ਕੀ ਹੈ? ਪਹਿਲਾਂ ਆਪੋਜੀਸ਼ਨ ਦੀ ਸੁਣੋਗੇ, ਫਿਰ ਸਰਕਾਰ ਜਵਾਬ ਦਿੰਦੀ ਹੈ। ਹਮੇਸ਼ਾ ਇੱਕ ਪ੍ਰੋਸੈਸ ਹੁੰਦਾ, ਇਹੀ ਤਰੀਕਾ ਹੁੰਦਾ ਕਿ ਪਹਿਲਾਂ ਤੁਸੀਂ ਸੁਣਦੇ ਹੋ, ਫਿਰ ਲਾਸਟ 'ਚ ਸੰਬੰਧਿਤ ਮੰਤਰੀ, ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ, ਜੋ ਵੀ ਜਿਹਨੇ ਵੀ ਬਿਆਨ ਦੇਣਾ ਤਾਂ ਉਹ ਬਿਆਨ ਦਿੰਦਾ। ਤੁਸੀਂ ਅੱਜ ਤੱਕ ਬਿਆਨ ਦੇਣ ਲਈ ਤਿਆਰ ਨਹੀਂ ਹੋ ਇਹਨਾਂ ਮੁੱਦਿਆਂ ਦੇ ਉੱਤੇ, ਤਾਂ ਜਿਹਦੇ 'ਤੇ ਟੋਟਲ ਆਪੋਜੀਸ਼ਨ ਲੱਗੀ ਹੋਈ ਹੈ, ਟੋਟਲ ਲੋਕ ਲਿਖ ਰਹੇ ਨੇ, ਬੋਲ ਰਹੇ ਨੇ, ਤਾਂ ਫਿਰ ਉਹੀ ਗੱਲਾਂ ਦੇ ਰਵਾਇਤ ਦਾ ਬੋਲਣ ਦਾ ਮਤਲਬ ਨਹੀਂ ਹੈ। ਔਰ ਜਿਵੇਂ ਕਿਸਾਨ ਅੰਦੋਲਨ ਨੇ ਪਾਰਲੀਮੈਂਟ ਤੋਂ ਬਾਹਰ ਬੀਜੇਪੀ ਦੇ ਲੀਡਰਾਂ ਦੇ ਬੋਲਣ 'ਤੇ, ਮੀਟਿੰਗ ਕਰਨ 'ਤੇ ਰੋਕ ਲਾਈ ਹੋਈ ਹੈ ਕਿ ਜਿੰਨਾ ਚਿਰ ਸਾਡੀ ਨਹੀਂ ਸੁਣਦੇ, ਉਵੇਂ ਇਹ ਲੱਗ ਰਿਹਾ ਕਿ ਉਹਨਾਂ ਦਾ ਵੋਟਰ 'ਚ ਵਿਪ
ਅਸਰ ਕਰ ਰਿਹਾ ਹੈ ਕਿ ਉਹ ਪਾਰਲੀਮੈਂਟ ਦੇ ਅੰਦਰ ਵੀ ਬੋਲਣ ਤੇ ਰੋਕ ਲਾਉਣ ਦਾ ਜਿਹੜਾ ਇੱਕ ਤਰੀਕਾ ਲੱਭਿਆ ਹੈ ਕਿ ਅਸੀਂ ਤੁਹਾਨੂੰ ਵੀ ਨਹੀਂ ਬੋਲਣ ਦੇਵਾਂਗੇ ਜੇਕਰ ਇਸ ਤਰੀਕੇ ਨਾਲ ਕਰਨਾ, ਤੁਸੀਂ ਮਜ਼ਾਕ ਕਰਨਾ ਲੋਕਾਂ ਦੇ ਨਾਲ। ਇਹ ਬਹੁਤ ਵੱਡਾ ਇੱਕ ਸਾਡੇ ਸਾਹਮਣੇ ਸਵਾਲ ਹੈ। ਔਰ ਜੇ ਤੁਸੀਂ ਦੇਖੋ ਕਿ ਸਾਡੇ ਦੇਸ਼ ਦੀ ਜਮਹੂਰੀਅਤ ਦੀ ਇਹ ਹੱਦ ਹੈ, ਇੱਕ ਸੀਮਾ ਹੈ ਜੀ, ਕਿਉਂਕਿ ਅਜੇ ਅਸੀਂ ਬਾਕੀ ਦੇਸ਼ਾਂ ਤੋਂ ਨਕਲ ਤਾਂ ਮਾਰਦੇ ਹਾਂ, ਜਮਹੂਰੀਅਤ ਦੀ ਉੱਥੇ ਚੱਲਦੇ ਨਹੀਂ ਆ। ਜੀ, ਦੇਸ਼ ਦੇ ਜਿਹੜੇ ਵੱਡੇ ਫੈਸਲੇ ਨੇ, ਰਾਜਾਂ ਦੇ ਜਿਹੜੇ ਵੱਡੇ ਫੈਸਲੇ ਨੇ, ਉਹ ਨਾਰਮਲੀ ਦੁਨੀਆ ਦੇ ਵਿੱਚ ਰੈਫਰੈਂਡਮਾਂ ਨਾਲ ਹੁੰਦੇ ਨੇ। ਜੀ, ਤੁਸੀਂ ਦੇਖੋ ਕਿ ਯੂਕੇ ਨੇ ਯੂਰਪੀਅਨ ਯੂਨੀਅਨ ਦਾ ਹਿੱਸਾ ਰਹਿਣਾ ਜਾਂ ਨਹੀਂ ਰਹਿਣਾ, ਉੱਥੇ ਦੀ ਪਾਰਲੀਮੈਂਟ ਨਹੀਂ ਤੈਅ ਕਰ ਸਕਦੀ। ਜੀ, ਉਹ ਲੋਕਾਂ ਦੀ ਰਾਇਸ਼ੁਮਾਰੀ ਨੇ ਤੈਅ ਕੀਤਾ ਹੈ ਕਿ ਹਾਂ ਸਾਨੂੰ ਯੂਰਪੀਅਨ ਯੂਨੀਅਨ ਦਾ ਹਿੱਸਾ ਰਹਿਣਾ ਚਾਹੀਦਾ ਜਾਂ ਨਹੀਂ। ਸਕਾਟਲੈਂਡ ਨੇ ਯੂਕੇ ਦੇ ਨਾਲ ਰਹਿਣਾ ਜਾਂ ਨਹੀਂ ਰਹਿਣਾ, ਜੀ, ਉੱਥੇ ਦੀ ਪਾਰਲੀਮੈਂਟ ਤੈਅ ਨਹੀਂ ਕਰਦੀ, ਰੈਫਰੈਂਡਮ ਕਰਾਉਂਦੇ ਨੇ ਤੇ ਫਿਰ ਉਹਦੇ ਨਾਲ ਉਹ ਜੁੜੀ ਹੋਈ ਹੈ। ਕੈਨੇਡਾ ਦੇ ਵਿੱਚ ਕਿਊਬਕ ਨੇ ਕੈਨੇਡਾ ਨਾਲ ਰਹਿਣਾ ਜਾਂ ਨਹੀਂ ਰਹਿਣਾ, ਉੱਥੇ ਦੀ ਕੋਈ ਪਾਰਲੀਮੈਂਟ ਨਹੀਂ ਤੈਅ ਕਰਦੀ, ਰਾਇਸ਼ੁਮਾਰੀ ਤੈਅ ਕਰਦੀ ਹੈ ਉਸ ਮਾਮਲੇ ਦੇ ਉੱਤੇ। ਈਵਨ ਘੱਟੋ ਘੱਟ ਆਮਦਨ ਦੀ ਗਰੰਟੀ ਜਾਂ ਸਰਬ ਵਿਆਪਕ ਆਮਦਨ ਦਾ ਜਿਹੜਾ ਕੁਐਸਚਨ ਹੈ, ਜੀ, ਇੱਥੇ ਪਾਰਲੀਮੈਂਟ ਦੀ ਡਿਸਕਸ਼ਨ ਦੀ ਬਜਾਏ ਸਵਿਟਜ਼ਰਲੈਂਡ ਰੈਫਰੈਂਡਮ ਕਰਾਉਂਦਾ ਜਿਹਦੇ ਚ 23% ਉਹਦੇ ਪੱਖ 'ਚ ਵੋਟ ਭੁਗਤਦੀ ਹੈ। ਦੁਨੀਆ ਦੀ ਡੈਮੋਕ੍ਰੇਸੀ ਉਸ ਪੱਧਰ ਦੇ ਉੱਤੇ ਜਾ ਰਹੀ ਹੈ। ਤੁਸੀਂ ਧੱਕੇ ਨਾਲ ਤੁਹਾਨੂੰ ਜਿੰਨੀ ਵੋਟ ਮਿਲੀ ਹੈ, ਤੁਸੀਂ 38 ਕਰੋੜ ਦੇ ਨੁਮਾਇੰਦੇ ਬਣ ਕੇ ਉਹਨਾਂ ਦੇ ਬਿਹਾਫ ਤੇ ਕਰ ਰਹੇ ਹੋ। ਮੈਜੋਰਿਟੀ ਤੁਹਾਡੇ ਖਿਲਾਫ ਹੈ। ਵੋਟਿੰਗ ਦੇ ਮਾਮਲੇ ਦੇ ਵਿੱਚ ਵੀ ਬਿਨਾਂ ਵੋਟਾਂ ਤੋਂ ਵੀ ਬਥੇਰੇ ਲੋਕ ਨੇ, ਤੇ ਇਸ ਲਈ ਤੁਸੀਂ ਲੋਕ ਰਾਏ ਦੀ ਕਦਰ ਨਹੀਂ ਉਸ ਪੱਧਰ ਦੇ ਉੱਤੇ ਕਰ ਰਹੇ। ਮਤਲਬ ਤੁਹਾਨੂੰ 5 ਸਾਲ ਲਈ ਚੁਣਿਆ, 5 ਸਾਲ ਦੇ ਵਿੱਚ ਜੋ ਫੈਸਲੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ ਉਹ ਲੈਣੇ ਨੇ। ਤੁਸੀਂ ਸਦਾ ਲਈ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੇ ਜਾਂ ਵੱਡੇ ਫੈਸਲੇ ਐਡੇ ਵੱਡੇ ਨਹੀਂ ਲੈ ਸਕਦੇ ਆਪਦੇ ਆਪ। ਲੋਕਾਂ ਨੇ ਉਹ ਪਾਵਰ ਨਹੀਂ ਤੁਹਾਨੂੰ ਦਿੱਤੀ। ਇਹ ਸਾਡੀ ਜਮਹੂਰੀਅਤ ਦੀ ਵੀ ਇੱਕ ਸੀਮਾ ਹੈ। ਸਾਡੀ ਜਮਹੂਰੀਅਤ ਦੇ ਬਾਰੇ ਵੀ ਡੈਮੋਕ੍ਰੈਟਿਕ ਮਾਡਲ ਕੀ ਹੋਵੇ, ਕੀ ਇਹੀ ਮਾਡਲ ਚੱਲਦਾ ਰਹੂਗਾ ਜਿਹੜੇ ਮਾਡਲ ਤੇ ਕੋਈ ਵੀ ਬੰਦਾ ਇੱਕ ਵਾਰ ਮੈਜੋਰਿਟੀ ਲੈ ਕੇ ਜੋ ਮਰਜ਼ੀ ਕਰਦਾ ਰਹੂਗਾ, ਜਾਂ ਇਹਦੇ 'ਚ ਤਬਦੀਲੀ ਦੀ ਲੋੜ ਹੈ। ਇਹ 'ਚ ਸਿੱਧੀ ਜਮਹੂਰੀਅਤ ਦੇ ਅੰਸ਼, ਇਹਦੇ 'ਚ ਪਾਰਟੀਸਪੇਟਰੀ ਜਿਹੜੀ ਹਿੱਸੇਦਾਰੀ ਵਾਲੀ ਜਮਹੂਰੀਅਤ ਦੇ ਅੰਸ਼ ਉਹ ਕਿੱਥੇ ਨੇ। ਇਸ ਲਈ ਇਹ ਛੋਟੀ ਡਿਬੇਟ ਦੇ ਨਾਲ ਨਾਲ ਜਿਹੜੇ ਇਮੀਡੀਏਟ ਮੁੱਦੇ ਦੇ ਨਾਲ ਨਾਲ ਉਹ ਵੱਡੀ ਡਿਬੇਟ ਵੀ ਖੁੱਲ੍ਹਣੀ ਚਾਹੀਦੀ ਹੈ। ਡੈਮੋਕ੍ਰੇਸੀ ਦੇ ਅਲਟਰਨੇਟਿਵ ਮਾਡਲ ਦੀ ਗੱਲ ਵੀ ਬਹਿਸ ਦੇ ਵਿੱਚ ਆਉਣੀ ਚਾਹੀਦੀ ਹੈ, ਦੇਸ਼ ਦੇ ਅੰਦਰ ਵੀ ਔਰ ਪਾਰਲੀਮੈਂਟ ਦੇ ਅੰਦਰ ਵੀ। ਫਿਰ ਸ਼ਾਇਦ ਕੁਝ ਜ਼ਿਆਦਾ ਅਸੀਂ ਕਿਸੇ ਨਤੀਜੇ ਤੇ ਕਿਸੇ ਕਿਨਾਰੇ ਲੱਗਣ ਦੇ ਯੋਗ ਹੋ ਸਕਾਂਗੇ। ਜੀ ਹਮੀਰ ਜੀ, ਚਾਹੇ ਕਿਸਾਨ ਜਥੇਬੰਦੀਆਂ ਹੋਣ ਜਾਂ ਦੇਸ਼ ਦੇ ਲੋਕ, ਉਹਨਾਂ ਨੇ ਆਪਣਾ ਸਟੈਂਡ ਜਿਹੜਾ ਸਪਸ਼ਟ ਕਰ ਦਿੱਤਾ ਵੀ ਕਿ ਚੋਣਾਂ ਚਾਹੇ 22 ਦੀਆਂ ਹੋਣ ਚਾਹੇ 24 ਦੀਆਂ, ਉਹਨਾਂ ਵੱਲੋਂ ਜਦੋਂ ਤੱਕ ਕੇਂਦਰੀ ਖੇਤੀ ਕਾਨੂੰਨ ਇਹ ਰੱਦ ਨਹੀਂ ਹੋਣਗੇ, ਭਾਜਪਾ ਦਾ ਵਿਰੋਧ ਜਿਹੜਾ ਹੈਗਾ ਲਗਾਤਾਰ ਜਾਰੀ ਰਹੇਗਾ। ਅਜਿਹੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਸਿਆਸੀ ਹਾਲਾਤ ਕਿਹੋ ਜਿਹੇ ਰਹਿ ਰਹੇ ਨੇ, ਉਸ ਬਾਰੇ ਵੀ ਚਾਨਣਾ ਪਾ ਦਿਓ। ਦੇਸ਼ ਦੇ ਵਿੱਚ ਹੁਣ ਇਮੀਡੀਏਟ ਤਾਂ ਸਭ ਤੋਂ ਪਹਿਲਾਂ ਗੱਲ ਇਹੀ ਹੈ ਕਿ ਜਿਹੜੀ ਤਾਂ ਜ਼ਿੰਮੇਵਾਰੀ ਲੈਣੀ ਹੁੰਦੀ ਹੈ ਉਹ ਤੇ ਕੇਂਦਰ ਸਰਕਾਰ ਕਹਿੰਦੀ ਹੈ ਰਾਜਾਂ ਦਾ। ਆਕਸੀਜਨ ਦੇ ਸਵਾਲ ਤੇ ਤੁਹਾਡੇ ਕੋਲ ਗਿਣਤੀ ਨਹੀਂ ਹੈ, ਕਿਸਾਨਾਂ ਦੀ ਮੌਤਾਂ ਦੇ ਸਵਾਲ ਤੇ ਤੁਹਾਡੇ ਕੋਲ ਗਿਣਤੀ ਨਹੀਂ ਹੈ। ਕੱਲ੍ਹ ਸੁਪਰੀਮ ਕੋਰਟ ਨੇ ਪੁੱਛਿਆ ਕਿ ਜਦੋਂ ਅਸੀਂ ਰੱਦ ਕਰ ਚੁੱਕਿਆ 2015 'ਚ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀ ਧਾਰਾ 66A, ਫਿਰ ਵੀ ਪਰਚੇ ਕਿਉਂ ਦਰਜ ਹੁੰਦੇ ਨੇ, ਤਾਂ ਉਹ ਕਹਿੰਦੇ ਨੇ ਰਾਜਾਂ ਦਾ ਵਿਸ਼ਾ, ਰਾਜਾਂ ਤੋਂ ਪੁੱਛੋ। ਤੇ ਤੁਸੀਂ ਫਿਰ ਜ਼ਿੰਮੇਵਾਰੀ ਲੈਣ ਲਈ ਕਾਹਦੇ ਲਈ ਬੈਠੇ ਹੋ? ਤੁਸੀਂ ਮਤਲਬ ਜ਼ਿੰਮੇਵਾਰੀ ਲੈਣ ਤੋਂ ਭੱਜ ਕਿਵੇਂ ਰਹੇ ਹੋ? ਬਾਕੀ ਗੱਲਾਂ ਤੇ ਤਾਂ ਤੁਸੀਂ ਇਹ ਗੱਲ ਕਰ ਰਹੇ ਹੋ। ਤੇ ਉਸ ਸਾਰੇ ਮਾਮਲੇ ਦੇ ਵਿੱਚੋਂ ਹੁਣ ਜਿਹੜਾ ਲੇਟੈਸਟ ਗੱਲ ਸਭ ਤੋਂ ਨੀਅਰ ਆ ਰਹੀ ਹੈ ਉਹ ਹੈ 5 ਰਾਜਾਂ ਦੀਆਂ ਚੋਣਾਂ ਦਾ ਸਵਾਲ। 5 ਰਾਜਾਂ ਦੀਆਂ ਚੋਣਾਂ ਨੂੰ ਫੋਕਸ ਕਰਕੇ, ਤੇ ਯੂਪੀ ਸਭ ਤੋਂ ਬੜੀ ਗੱਲ ਹੈ ਕਿਉਂਕਿ ਯੂਪੀ ਦੇ ਵਿੱਚ 80 ਸੀਟਾਂ ਪਾਰਲੀਮੈਂਟ ਦੀਆਂ ਕਰਕੇ ਨੇ, ਬਹੁਤ ਬੜੀ ਆਬਾਦੀ ਹੈ ਤੇ ਬਾਕੀ ਦੀ ਹੈ। ਤੇ ਯੂਪੀ ਦੇ ਸਹਾਰੇ ਹੀ ਪ੍ਰਧਾਨ ਮੰਤਰੀ ਗੁਜਰਾਤ ਤੋਂ ਆ ਕੇ ਜਦੋਂ ਯੂਪੀ ਤੋਂ ਚੋਣ ਲੜਦੇ ਨੇ ਤਾਂ ਇਹਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਦੀ ਕੁਰਸੀ ਯੂਪੀ ਦੇ ਰਾਹੀਂ ਹੋ ਕੇ ਜਾਂਦੀ ਹੈ। ਤੇ ਜੇ ਯੂਪੀ ਦੇ ਵਿੱਚ ਜੋ ਹੁਣ ਕੀ ਹੋਣਾ ਹੈ ਇਹ ਤੇ ਸਭ ਦਾ ਧਿਆਨ ਹੈ। ਇਸ ਲਈ ਕਿਸਾਨ ਅੰਦੋਲਨ ਨੇ ਵੀ ਆਉਣ ਵਾਲੀ ਸੱਤਾ ਦੇ ਵਿੱਚ ਇਹ ਗੱਲ ਕੀਤੀ ਹੋਈ ਹੈ ਕਿ ਅਸੀਂ 5 ਸਤੰਬਰ ਨੂੰ ਇੱਕ ਵੱਡੀ ਦੇਸ਼ ਵਿਆਪੀ ਕਿਸਾਨ ਮਹਾਪੰਚਾਇਤ ਕਰਨ ਜਾ ਰਹੇ ਹਾਂ ਮੁਜ਼ੱਫਰਨਗਰ ਦੇ ਵਿੱਚ। ਉਸ ਤੋਂ ਬਾਅਦ ਅਗਲਾ ਐਲਾਨ ਕਰਾਂਗੇ ਕਿ ਯੂਪੀ 'ਚ ਬੀਜੇਪੀ ਨੂੰ ਕਿਵੇਂ ਹਰਾਉਣਾ ਹੈ। ਇਹ ਇੱਕ ਤਾਂ ਉਹਨਾਂ ਦਾ ਐਲਾਨ ਹੈ। ਦੂਜਾ ਮੇਰਾ ਖਿਆਲ ਹੈ ਕਿ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਦੂਜੀਆਂ ਚੋਣ ਲੜ ਰਹੀਆਂ ਨੇ ਉਹਨਾਂ 'ਤੇ ਵੀ ਇੱਕ ਦਬਾਅ ਹੈ, ਔਰ ਉਹ ਦਬਾਅ ਵੀ ਜਿਵੇਂ ਇਹ ਹੁੰਦਾ ਕਿ ਬੀਜੇਪੀ ਦੇ ਖਿਲਾਫ ਇੱਕ ਫਰੰਟ ਬਣਾਉਣਾ ਚਾਹੀਦਾ, ਉਹ ਕਿੰਨਾ ਕੁ ਸਹਿਮਤ ਹੁੰਦੀਆਂ ਨੇ, ਕਿਵੇਂ ਇਕੱਠੀਆਂ ਹੋ ਕੇ ਲੜ ਰਹੀਆਂ ਨੇ, ਇਹ ਵੀ ਇੱਕ ਪ੍ਰਕਿਰਿਆ ਚੱਲੂਗੀ। ਔਰ ਜੇਕਰ ਉਹ ਇਕੱਠੀਆਂ ਨਾ ਹੋਈਆਂ, ਉਹਨਾਂ ਨੇ ਫਿਰ ਮੌਕਾ ਗਵਾਇਆ ਉਸ ਪੱਧਰ ਦੇ ਉੱਤੇ, ਤਾਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੀਜੇਪੀ ਨੂੰ ਮੌਕਾ ਮਿਲੂਗਾ। ਪਰ ਬੀਜੇਪੀ ਉੱਥੇ ਇਹ ਮੈਂ ਦੁਬਾਰਾ ਮੁੱਦਾ ਖੜਾ ਜਿਹੜਾ ਹਿੰਦੂ ਮੁਸਲਿਮ ਦਾ ਜਾਂ ਬਾਕੀ ਬੀਜੇਪੀ ਦੇ ਇੱਕ ਅਫੀਸ਼ੀਅਲ RSS ਦੇ ਪੇਜ 'ਤੇ ਇਹ ਵੀ ਹੈ ਕਿ ਕਿਸੇ ਨੂੰ ਵਾਲਾਂ ਤੋਂ ਫੜ ਕੇ ਖਿੱਚਿਆ ਜਾ ਰਿਹਾ, ਕਿਸੇ ਕੁਛ ਉਹ ਚੀਜ਼ਾਂ ਦਿਖਾਉਣ ਦੇ ਵੀ ਜੇ ਕਿਸਾਨ ਜਾਂ ਇਹਨਾਂ ਦੀ ਗੱਲ ਮੰਨੀ ਪਤਾ ਨਹੀਂ ਇਹੋ ਜਿਹਾ ਮਾਹੌਲ ਹੋ ਜਾਊਗਾ।
ਮਤਲਬ ਉਹ ਡਰ ਦੀ ਥਿਉਰੀ ਤੇ ਚੱਲਦੇ ਨੇ ਕਿ ਡਰਾ ਦਿਓ ਬਹੁਤੇ ਲੋਕਾਂ ਨੂੰ ਕਿ ਅਸੀਂ ਤੁਹਾਡੇ ਹਿੱਤਾਂ ਦੇ ਪਾਬੰਦ ਹਾਂ। ਹੁਣ ਇਹ 22 ਦੀ ਇਲੈਕਸ਼ਨ ਜਿਹੜੀ ਹੈ ਇਹਨਾਂ 5 ਰਾਜਾਂ 'ਚ ਇਹ ਹੋਂਦ ਦੀ ਇਲੈਕਸ਼ਨ ਹੈ। ਇਹ ਇਲੈਕਸ਼ਨ ਬੀਜੇਪੀ ਦੇ ਹੁਣ ਵਾਲੇ ਸਖਤ ਰੁਖ, ਗੈਰ ਸੰਵੇਦਨਸ਼ੀਲਤਾ ਦਾ ਜਿਹੜਾ ਮਾਮਲਾ ਹੈ ਔਰ ਲੋਕਾਂ ਨਾਲ ਗੱਲ ਕਰਨ ਦੀ ਬਜਾਏ ਹੰਕਾਰ ਦਾ ਜਿਹੜਾ ਮਾਮਲਾ ਹੈ ਉਹਦੇ ਵਿੱਚ, ਤੇ ਦੇਸ਼ ਦੇ ਟੋਟਲ ਲੋਕਾਂ ਦੀ ਜਿਹੜੀ ਰਾਏ ਹੈ ਉਹਨੂੰ ਕਿਵੇਂ ਦਰਕਨਾਰ ਹੋਣ ਤੋਂ ਰੋਕਣਾ ਹੈ, ਉਹਦੇ ਮੁਤਾਬਕ ਕਿਵੇਂ ਫੈਸਲੇ ਹੋਣ, ਇਹ ਦੋਨਾਂ ਧਿਰਾਂ ਦੇ ਵਿੱਚ ਲੜਾਈ ਮੇਰੇ ਖਿਆਲ ਆਉਣ ਵਾਲੀ ਪੋਲੀਟੀਕਲ ਲੜਾਈ ਜਿਹੜੀ ਉਸ ਰੂਪ ਦੇ ਵਿੱਚ ਹੋ ਜਾਏਗੀ। ਇਸੇ ਕਰਕੇ ਕਿਸਾਨ ਅੰਦੋਲਨ ਤੋਂ ਵੀ ਲੋਕ ਉਮੀਦ ਕਰਦੇ ਨੇ, ਪਰ ਹਾਲਾਂਕਿ ਬਾਕੀ ਕਿਤੇ ਤਾਂ ਕਲੀਅਰ ਹੈ ਪੰਜਾਬ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ ਹਜੇ, ਕਿਉਂਕਿ ਬੀਜੇਪੀ ਛੋਟੀ ਪਾਰਟੀ ਹੈ। ਪਰ ਬੀਜੇਪੀ ਉਹਨੂੰ ਜਾਤ ਦੇ ਨਾਂ 'ਤੇ, ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਮੇਨ ਸਟਰੀਮ ਦੀਆਂ, ਉਹ ਹੁਣ ਸਾਰੇ ਪ੍ਰੋਗਰਾਮ ਨੂੰ ਜਾਤ ਦੇ ਇਰਦ ਗਿਰਦ ਘੁਮਾਉਣਾ ਚਾਹੁੰਦੀਆਂ ਨੇ। ਜਾਤ ਦੇ ਤੌਰ 'ਤੇ ਇਹ ਵੀ ਹੈ ਕਿ ਤੁਸੀਂ ਇੱਥੇ ਵੀ ਦਲਿਤ ਮੁੱਖ ਮੰਤਰੀ ਫਲਾਨਾ, ਯੂਪੀ ਦੇ ਵਿੱਚ ਵੀ ਅਲੱਗ-ਅਲੱਗ ਜਾਤਾਂ 'ਚੋਂ ਇੰਨੇ ਮਿਨਿਸਟਰ ਬਣਾਤੇ ਤੁਸੀਂ। ਕੇਵਲ ਜਾਤਾਂ ਦੇ ਮਿਨਿਸਟਰਾਂ ਨੇ ਕਿਹੜੀ ਜਾਤ ਦਾ ਕਿਹੜੇ ਧਰਮ ਦਾ ਇਹਨੇ ਥੋੜ੍ਹੀ ਕੰਮ ਕਰ ਦੇਣਾ। ਬਿਲਕੁਲ ਕੰਮ ਤੁਹਾਡੀ ਕਾਰਗੁਜ਼ਾਰੀ 'ਚੋਂ ਨਿਕਲਣਾ, ਇਹਨੇ ਨੌਕਰੀ ਥੋੜ੍ਹੀ ਪੈਦਾ ਕਰ ਦੇਣੀ ਹੈ ਵੀ ਉੱਥੇ ਕੋਈ ਫਲਾਨੀ ਜਾਤ ਦਾ ਬੰਦਾ ਬੈਠਾ ਹੈ। ਸਵਾਲ ਲੋਕਾਂ ਦੀ ਰੀਅਲ ਸਮੱਸਿਆ ਹੈ, ਲੋਕਾਂ ਦੇ ਰੁਜ਼ਗਾਰ ਚਲੇ ਗਏ ਨੇ, ਲੋਕਾਂ ਦੀ ਸਮੱਸਿਆ ਲੋਕਾਂ ਨੂੰ ਵਿੱਦਿਆ ਨਹੀਂ ਮਿਲ ਰਹੀ, ਲੋਕਾਂ ਦੀ ਸਮੱਸਿਆ ਕਿ ਸਿਹਤ ਫੰਡਾਮੈਂਟਲ ਰਾਈਟ ਕਿਉਂ ਨਹੀਂ ਹੈ। ਜਿਹੜੇ ਵੱਡੇ ਮੁੱਦੇ ਨੇ ਉਹ ਮੁੱਦੇ ਹੱਲ ਹੋਣੇ ਚਾਹੀਦੇ ਨੇ, ਨਾ ਕਿ ਇਹ ਜਿਹੜਾ ਇੱਕ ਜਗਾੜਬਾਜੀ ਦਾ ਜਿਹੜਾ ਤਰੀਕਾ ਹੈ। ਔਰ ਭਵਿੱਖ ਦੀ ਸਿਆਸਤ ਜਗਾੜਬਾਜੀ ਔਰ ਰੀਅਲ ਇਸ਼ੂ, ਅਸਲ ਮੁੱਦੇ ਕੀ ਨੇ, ਉਹਨਾਂ ਦੇ ਵਿੱਚ ਇੱਕ ਸੱਤਾ ਮਤਲਬ ਲੜਾਈ ਦੇ ਤੌਰ 'ਤੇ ਉਹਨਾਂ 'ਚ ਇੱਕ ਪੋਲੀਟੀਕਲ ਸਿਆਸੀ ਘਮਸਾਨ ਦੇ ਤੌਰ 'ਤੇ ਹੋਏਗੀ ਔਰ ਹੋਣੀ ਚਾਹੀਦੀ ਹੈ, ਤਾਂ ਜਾ ਕੇ ਸ਼ਾਇਦ ਜੇਕਰ ਮੁੱਦਿਆਂ ਦੀ ਰਾਜਨੀਤੀ ਜਿੱਤੇਗੀ ਤਾਂ ਸੰਭਵ ਹੈ ਕਿ ਲੋਕਾਂ ਦਾ ਕੁਝ ਭਲਾ ਹੋ ਸਕਦਾ ਮੁਕਾਬਲਤਨ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।